गुणा का होवे वासुला कड वास लईज। जे गुण होवन साजना मिल सांझ करीज। सांझ करीजै गुणा केरी छोड़ अवगुण चलिए। पहरे पटंबर कर अडंबर अपना पिड़ मलिए। जिथे जाइए बहिए भला कहिए। झोल अमृत पीजै गुणा का होवे वासुला कड वास लईजै। ज्यों बुलावें त्यों बोला स्वामी। कुदरत कवण हमारी साध संग नानक जस गायो। जो प्रभ की अत प्यारी साध संग नानक जस गायो। जो प्रभ की अत प्यारी। गुरु सवारी गुरु प्यारी साध संगत जी, बड़भागे हो आप जो श्री गुरु ग्रंथ साहिब जी की पावन चरण शरण सुभाईमान हो के सबते उत्तम हर की कथा नाम सुनत दर्द दुख लथा नूं सरवण करके मन दियां गहराइयां अंदर टिका के आत्मक रस मान रहे सी। गुरु दा उपदेश संदेश गुरबाणी दे ज्ञान चानण पख नाल तुश बुद्धि अनुसार दासरा आप जी दे नाल साझा करे। इस तो पहला गुरु दर घर दी चली आ रही मर्यादा अनुसार अदब सहित दोए हथ जोड़ सतगुरु पातशाह वालों बख्शी फतेह दे नाल सांझ पाइए। इक्को ही वार सारे प्यार नाल बुलाओ जी। वाहिगुरु जी का खालसा वाहिगुरु जी की फतेह। सफल ते सुहेला जीवन जीवन दा ढंग गुरु साहब ने दसिया है। इंसान अपने जीवन विचों औगण त्यागदा जावे ते रब्बी गुणां नूं अपनाउंदा जावे। सफल ते सुहेला जीवन बिताउण वास्ते इंसान अपने जीवन विचों औगणां नूं माइनस करे घटाउंदा जावे ते रब्बी गुणां नूं जीवन दे अंदर प्लस करदा जावे जोड़दा जावे। सफल ते सुहेला जीवन जीवन का ढंग धर्मी पुरखा ने यही दसिया है। इंसान
ਆਪਣੇ ਜੀਵਨ ਦੇ ਵਿੱਚੋਂ ਔਗਣਾਂ ਨੂੰ ਵੇਚਦਾ ਜਾਵੇ ਔਰ ਗੁਣਾਂ ਦਾ ਜੀਵਨ ਦੇ ਅੰਦਰ ਵਣਜ ਕਰਦਾ ਜਾਵੇ। ਜੋ ਇਸ ਢੰਗ ਦੇ ਨਾਲ ਜੀਵਨ ਬਿਤਾਉਂਦਾ ਹੈ ਨਾ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ, ਉਹ ਸਾਡਾ ਭਾਈ ਹੈ, ਉਹ ਸਾਡਾ ਮਿੱਤਰ ਸੱਜਣ ਹੈ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ, ਅਵਗੁਣ ਵਿਕਣ ਪਲਰਨ ਗੁਣ ਕੀ ਸਾਂਝ ਕਰਨ। ਜੋ ਸੱਚੇ ਨੂੰ ਸਿਮਰਨ ਦਾ ਗੁਣ ਜੀਵਨ ਦੇ ਅੰਦਰ ਰੱਖਦੇ ਹਨ, ਉਹ ਸਾਡੇ ਭਾਈ ਹਨ, ਸਾਡੇ ਮਿੱਤਰ ਸੱਜਣ ਹਨ। ਸੱਚੇ ਨੂੰ ਸਿਮਰਨ ਦੀ ਪ੍ਰਕਿਰਿਆ ਕੀ ਕਦੀ ਤੁਸੀਂ ਖਿਆਲ ਕੀਤਾ? ਮੈਡੀਟੇਸ਼ਨ ਦੀ ਪ੍ਰੋਸੈਸ ਕੀ ਹੈ? ਸਿਮਰਨ ਦੀ ਪ੍ਰਕਿਰਿਆ ਕੀ ਹੈ? ਬਹੁਤ ਧਿਆਨ ਨਾਲ ਸੁਣਨਾ। ਜਿਸ ਕਾਰਵਾਈ ਦੇ ਨਾਲ ਸਾਡੇ ਜੀਵਨ ਦੇ ਵਿੱਚੋਂ ਔਗਣ ਘਟ ਜਾਣ ਤੇ ਜੀਵਨ ਦੇ ਵਿੱਚ ਰੱਬੀ ਗੁਣ ਵੱਧ ਜਾਣ। ਸਿਮਰਨ ਦੀ ਪ੍ਰੋਸੈਸ ਕੀ ਹੈ? ਜਿਸ ਕਾਰਵਾਈ ਦੇ ਨਾਲ ਜੀਵਨ ਦੇ ਵਿੱਚੋਂ ਬੁਰਾਈਆਂ ਛੁੱਟ ਜਾਣ ਤੇ ਚੰਗਿਆਈਆਂ ਜੀਵਨ ਦੇ ਵਿੱਚ ਆ ਜਾਣ। ਸਿਮਰਨ ਦੀ ਪ੍ਰਕਿਰਿਆ ਕੀ ਹੈ? ਜਿਸ ਕਾਰਵਾਈ ਦੇ ਨਾਲ ਜੀਵਨ ਦੇ ਵਿੱਚੋਂ ਦੁਰਾਚਾਰ ਨਿਕਲ ਜਾਵੇ ਔਰ ਸਦਾਚਾਰ ਜੀਵਨ ਦੇ ਵਿੱਚ ਪ੍ਰਵੇਸ਼ ਕਰ ਜਾਵੇ। ਜਿਸ ਕਾਰਵਾਈ ਦੇ ਨਾਲ ਅਗਿਆਨਤਾ ਦਾ ਅੰਧੇਰਾ ਜੀਵਨ ਦੇ ਵਿੱਚੋਂ ਛੁੱਟ ਜਾਵੇ, ਗੁਰਬਾਣੀ ਦਾ ਚਾਨਣ ਜੀਵਨ ਦੇ ਵਿੱਚ ਹੋ ਜਾਵੇ। ਇਹ ਸਿਮਰਨ ਦੀ ਪ੍ਰਕਿਰਿਆ ਹੈ। ਸਾਹਿਬ ਕਹਿੰਦੇ ਨੇ, ਜੋ ਜੀਵਨ ਦੇ ਅੰਦਰ ਇਉਂ ਰੱਬੀ ਗੁਣ ਰੱਖਦਾ ਹੈ ਔਰ ਔਗਣਾਂ ਨੂੰ ਤਿਆਗਦਾ ਹੈ, ਉਹ ਸਾਡੇ ਭਾਈ ਹਨ, ਸਾਡੇ ਮਿੱਤਰ ਸੱਜਣ ਹਨ। ਸਫਲ, ਸੁਹੇਲਾ ਤੇ ਸੁਚੱਜਾ ਜੀਵਨ ਜਿਉਣ ਦਾ ਢੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਯੂਨੀਕ ਦੱਸਿਆ ਹੈ, ਬੜਾ ਕੀਮਤੀ ਦੱਸਿਆ ਹੈ। ਫਰਮਾਨ ਕਰਦੇ ਨੇ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਬ ਗੁਣ ਚੱਲੀਐ। ਜੇ ਕਿਸੇ ਦੇ ਅੰਦਰ ਰੱਬੀ ਗੁਣ ਹੋਣ, ਭਾਵੇਂ ਉਹ ਮਿੱਠ ਬੋਲੜਾ ਗੁਣ ਹੋਵੇ, ਨਿਮਰਤਾ ਦਾ ਹੋਵੇ, ਸਹਿਜ ਹੋਵੇ, ਸਤ ਸੰਤੋਖ ਹੋਵੇ, ਦਇਆ ਧਰਮ ਧੀਰਜ ਹੋਵੇ, ਉਸ ਦੇ ਨਾਲ ਸਾਂਝ ਬਣਾ ਕੇ ਗੁਣ ਸਿੱਖ ਲੈਣੇ ਚਾਹੀਦੇ ਹਨ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਐ। ਹਾਂ, ਜੇ ਇੱਕ ਆਦ ਉਸ ਦੇ ਵਿੱਚ ਔਗਣ ਹੋਵੇ ਨਾ, ਉਹਨੂੰ ਚਿਤਾਰੀਏ ਨਾ, ਦੇਖੀਏ ਹੀ ਨਾ। ਛੋੜ ਅਵਗੁਣ ਚੱਲੀਏ, ਉਹ ਔਗਣ ਛੱਡ ਕੇ ਅੱਗੇ ਲੰਘ ਜਾਵੋ, ਗੁਣਾਂ ਦੇ ਨਾਲ ਸਾਂਝ ਪਾ ਲਵੋ। ਇੱਕ ਸਿਆਣਾ ਮਨੁੱਖ ਮੂਰਖ ਤੋਂ ਵੀ ਕੁਝ ਨਾ ਕੁਝ ਸਿੱਖ ਲੈਂਦਾ ਹੈ, ਪਰ ਇੱਕ ਮੂਰਖ ਮਨੁੱਖ ਵਿਦਵਾਨ ਤੋਂ ਕੁਝ ਵੀ ਨਹੀਂ ਸਿੱਖ ਸਕਦਾ। ਹੰਕਾਰੀ ਮਨੁੱਖ ਗੁਰੂ ਤੋਂ ਵੀ ਕੁਝ ਨਹੀਂ ਸਿੱਖਦਾ ਤੇ ਸਿੱਖ ਸਕਦਾ ਵੀ ਨਹੀਂ। ਇੱਕ ਹੰਬਲ ਪਰਸਨ, ਨਿਮਰਤਾ ਵਾਲਾ ਇਨਸਾਨ ਹਰੇਕ ਤੋਂ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਹੈ। ਇੱਕ ਬਾਤ ਬਹੁਤ ਧਿਆਨ ਨਾਲ ਸੁਣਨੀ, ਜੇ ਤੁਸੀਂ ਧਰਮ ਦੇ ਮਾਰਗ ਤੇ ਚੱਲਣਾ ਚਾਹੁੰਦੇ ਹੋ, ਜੇ ਤੁਸੀਂ ਸਫਲ, ਸੁਹੇਲਾ ਤੇ ਸੁਚੱਜਾ ਜੀਵਨ ਜਿਉਣਾ ਚਾਹੁੰਦੇ ਹੋ, ਹਮੇਸ਼ਾ ਆਪਣੇ ਔਗਣਾਂ ਵੱਲ ਦੇਖਿਆ ਕਰੋ ਤੇ ਦੂਸਰੇ ਦੇ ਗੁਣਾਂ ਵੱਲ ਦੇਖਿਆ ਕਰੋ।
ਸ਼ੇਖ ਫਰੀਦ ਜੀ ਦੇ ਪਾਵਨ ਬਚਨ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਤੂੰ ਲਤੀਫ ਅਰਬੀ ਭਾਸ਼ਾ ਦਾ ਅੱਖਰ ਹੈ, ਬਾਰੀਕ ਮਤ ਵਾਲਾ, ਬਹੁਤ ਸਿਆਣਾ। ਜੇ ਤੂੰ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ, ਕਾਲੇ ਲਿਖ ਨਾ ਲਿਖ। ਕਿਸੇ ਦੇ ਕਰਮਾਂ ਦੇ ਕਾਲੇ ਲੇਖ ਕਿਉਂ ਲਿਖਦਾ ਹੈ? ਕਿਉਂ ਔਗਣਾਂ ਨੂੰ ਚਿਤਾਰਦਾ ਹੈ? ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਦੀ ਆਪਣੇ ਆਪ ਨੂੰ ਵੀ ਦੇਖ ਲਿਆ ਕਰ, ਕਦੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲਿਆ ਕਰ, ਬੜਾ ਕੁਝ ਨਿਕਲਣ ਵਾਲਾ ਹੁੰਦਾ ਹੈ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਦੂਸਰੇ ਦੇ ਗੁਣ ਦੇਖੋ ਤੇ ਆਪਣੇ ਔਗਣ ਦੇਖੋ, ਤੇ ਔਗਣਾਂ ਨੂੰ ਛੱਡਦੇ ਜਾਓ ਤੇ ਗੁਣਾਂ ਨੂੰ ਅਪਣਾਉਂਦੇ ਜਾਓ। ਅਸੀਂ ਸਾਰਿਆਂ ਨੇ ਇੱਕ ਵਣਜ ਜ਼ਰੂਰ ਜ਼ਿੰਦਗੀ ਦੇ ਅੰਦਰ ਕਰਨਾ ਹੈ। ਇੱਕ ਵਣਜ, ਸੰਸਾਰੀ ਵਣਜ ਤੇ ਅਸੀਂ ਸਾਰੇ ਹੀ ਕਰਦੇ ਹਾਂ, ਕਰਨਾ ਚਾਹੀਦਾ ਵੀ ਹੈ। ਪਰ ਇੱਕ ਅਧਿਆਤਮਕ ਵਣਜ ਵੀ ਕਰਨਾ, ਸਾਹਿਬ ਕਹਿੰਦੇ ਨੇ ਬਾਣੀ ਅੰਦਰ, ਵਣਜ ਕਰੋ ਮਕਸੂਦ ਲੇਖੋ ਮਤ ਪਛਤਾਵੋ, ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ। ਮਕਸੂਦ ਦਾ ਭਾਵ ਹੈ ਸੂਦ, ਵਿਆਜ, ਇੰਟਰਸਟ। ਤੁਸੀਂ ਕਦੀ ਖਿਆਲ ਕਰਨਾ, ਤੁਸੀਂ ਬੈਂਕ ਦੇ ਵਿੱਚ ਇੱਕ ਵਾਰ ਪ੍ਰਿੰਸੀਪਲ ਮਨੀ ਜਮ੍ਹਾਂ ਕਰਾ ਦਿਓ, ਕੁਝ ਫਿਕਸ ਡਿਪੋਜ਼ਿਟ ਰੱਖ ਦੇਵੋ, ਕੁਝ ਜਮ੍ਹਾਂ ਰਕਮ ਕਰ ਦੇਵੋ ਬੈਂਕ ਦੇ ਵਿੱਚ। ਫਿਰ ਆਪਣੇ ਆਪ ਉਸ ਰਕਮ ਨੂੰ ਵਿਆਜ ਲੱਗਦਾ ਹੀ ਰਹੇਗਾ, ਬਾਈ ਪ੍ਰੋਡਕਟ ਇੰਟਰਸਟ ਮਿਲਦਾ ਹੀ ਰਹੇਗਾ। ਇਸੇ ਤਰ੍ਹਾਂ ਜੀਵਨ ਦੀ ਬੈਂਕ ਦੇ ਵਿੱਚ ਇੱਕ ਵਾਰੀ ਰੱਬੀ ਗੁਣ ਤੁਸੀਂ ਜਮ੍ਹਾਂ ਕਰ ਲਵੋ, ਫਿਰ ਆਨੰਦ ਦਾ, ਆਤਮਿਕ ਸੁੱਖ ਦਾ ਵਿਆਜ ਮਿਲਦਾ ਹੀ ਰਹੇਗਾ ਤੁਹਾਨੂੰ ਹਮੇਸ਼ਾ ਵਾਸਤੇ। ਪਤਾ ਕਿਉਂ? ਕਿਉਂਕਿ ਜਿੰਨੇ ਵੀ ਰੱਬੀ ਗੁਣ ਹਨ ਉਹ ਫੁੱਲਾਂ ਦੀ ਤਰ੍ਹਾਂ ਹਨ, ਸੁਖਦਾਈ ਹਨ। ਜਿੰਨੇ ਔਗਣ ਹਨ ਨਾ, ਉਹ ਸਾਰੇ ਕੰਡਿਆਂ ਦੀ ਤਰ੍ਹਾਂ ਹਨ, ਉਹ ਚੁੱਭਦੇ ਹਨ, ਚੁੱਭਦੇ। ਜੀਵਨ ਦੇ ਅੰਦਰ ਸਭ ਤੋਂ ਵੱਡਾ ਔਗਣ ਦਾ ਕੰਡਾ ਪਤਾ ਕੀ ਹੈ? ਮਨੁੱਖ ਦੀ ਈਗੋ, ਮਨੁੱਖ ਦਾ ਆਪਣਾ ਅਹੰਕਾਰ। ਇਹ ਕੰਡਾ ਹੈ, ਸਭ ਤੋਂ ਵੱਡਾ ਔਗਣ ਹੈ। ਇਸ ਕੰਡੇ ਨੂੰ ਲੈ ਕੇ ਜਿਉਂ-ਜਿਉਂ ਮਨੁੱਖ ਜੀਵਨ ਦੀ ਚਾਲ ਚੱਲਦਾ ਹੈ, ਉਹ ਔਗਣ ਦਾ ਕੰਡਾ ਅਹੰਕਾਰ ਚੁੱਭਦਾ ਹੈ ਤੇ ਦੁੱਖ ਬੜਾ ਦਿੰਦਾ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਨੇ, ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ-ਜਿਉਂ ਚੱਲੇ ਚੁੱਭੇ ਦੁੱਖ ਪਾਵੇ, ਜਮ ਕਾਲ ਸਹੈ ਸਿਰ ਡੰਡਾ ਹੈ। ਇਹ ਹੰਕਾਰ ਦਾ ਕੰਡਾ ਪਤੀ ਪਤਨੀ ਦੇ ਵਿੱਚ ਆ ਜਾਵੇ ਤਾਂ ਡਾਇਵੋਰਸ ਦੀ ਨੌਬਤ ਤੇ ਮਾਮਲਾ ਪਹੁੰਚ ਜਾਂਦਾ ਹੈ। ਔਗਣ ਕੰਡਿਆਂ ਦੀ ਤਰ੍ਹਾਂ ਹਨ, ਰੱਬੀ ਗੁਣ ਫੁੱਲਾਂ ਦੀ ਤਰ੍ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ, ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਨ, ਸੇ ਭਾਈ ਸੇ ਵੀਰ। ਜਿੰਨੇ ਔਗਣ ਹਨ ਉਹ ਜੰਜੀਰ ਹਨ, ਦੁਖਦਾਈ ਹਨ। ਜਿੰਨੇ ਰੱਬੀ ਗੁਣ ਹਨ ਉਹ ਵੀਰ ਹਨ, ਸੁਖਦਾਈ ਹਨ।
ਅੱਗੇ ਗਏ ਨਾ ਮੰਨਿਆਨ ਮਾਰ ਕੱਢੋ ਬੇਪੀਰ। ਇਹ ਔਗਣਾਂ ਨੂੰ ਤੁਸੀਂ ਜੀਵਨ ਦੇ ਵਿੱਚੋਂ ਕੱਢੋ। ਇਹਦੇ ਨਾਲ ਕੋਈ ਵੀ ਇੱਜ਼ਤ ਨਹੀਂ ਬਣਦੀ। ਇਸ ਕਰਕੇ ਸ਼ੇਖ ਫਰੀਦ ਜੀ ਫਰਮਾਉਂਦੇ ਨੇ, ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਬਸਾਰ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜਿੰਨੇ ਵੀ ਔਗਣ ਹਨ ਉਹਨਾਂ ਨੂੰ ਜੀਵਨ ਦੇ ਵਿੱਚੋਂ ਤਿਆਗ ਦਿਓ, ਜਿਨ੍ਹਾਂ ਦੇ ਨਾਲ ਕੋਈ ਆਤਮਿਕ ਰੱਸਾ ਹੀ ਨਹੀਂ ਬਣਦਾ, ਆਨੰਦ ਹੀ ਨਹੀਂ ਆਉਂਦਾ। ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ। ਤੁਸੀਂ ਦੱਸੋ, ਔਗਣ ਵਾਲਿਆਂ ਨੂੰ ਕੋਈ ਵੀ ਚੰਗਾ ਨਹੀਂ ਆਖਦਾ। ਚੋਰ ਨੂੰ ਕੋਈ ਚੰਗਾ ਥੋੜ੍ਹੇ ਕਹਿੰਦਾ ਹੈ। ਚੋਰੀ ਕਰਦਾ ਫੜਿਆ ਜਾਵੇ ਤੇ ਸਜ਼ਾ ਹੁੰਦੀ ਹੈ। ਸਮਾਜ ਦੇ ਵਿੱਚ ਬੈਠਣ ਨੂੰ ਜਗ੍ਹਾ ਹੀ ਨਹੀਂ ਮਿਲਦੀ। ਕੋਈ ਸ਼ਰਾਬੀ ਨੂੰ ਚੰਗਾ ਥੋੜ੍ਹੀ ਕਹਿੰਦਾ। ਹੁਣ ਤੇ ਗੁਰਦੁਆਰੇ ਮੰਦਰ ਮਸਜਿਦ ਦੇ ਵਿੱਚ ਵੜਨ ਵੀ ਨਹੀਂ ਦਿੰਦੇ। ਬਲਾਤਕਾਰੀ ਨੂੰ ਤੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ। ਅੱਜ ਬਾਬਿਆਂ ਨੂੰ ਕਿਉਂ ਜੇਲ੍ਹਾਂ ਦੇ ਵਿੱਚ ਹਵਾ ਖਾਣੀ ਪੈਂਦੀ? ਰਾਮ ਰਹੀਮ ਨੂੰ, ਰਾਮਪਾਲ ਨੂੰ ਬੜੇ ਹਨ, ਕਿਉਂਕਿ ਔਗਣ ਵਾਲੇ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਇਸ ਕਰਕੇ ਇੱਕ ਬਾਤ ਧਿਆਨ ਨਾਲ ਸੁਣਨੀ, ਗੁਣਾਂ ਵਾਸਤੇ ਜੇਕਰ ਕਠਿਨਾਈ ਦਾ ਸਾਹਮਣਾ ਕਰਨਾ ਪਵੇ ਨਾ, ਉਹ ਕਠਿਨਾਈ ਦਾ ਸਾਹਮਣਾ ਕਰਕੇ ਗੁਣ ਸਿੱਖਣੇ ਚਾਹੀਦੇ। ਭਗਤ ਕਬੀਰ ਸਾਹਿਬ ਨੇ ਇੱਕ ਐਗਜ਼ੈਂਪਲ ਬੜੀ ਯੂਨੀਕ ਦਿੱਤੀ, ਬੜੀ ਸੁੰਦਰ ਦਿੱਤੀ ਉਦਾਹਰਣ। ਕਹਿੰਦੇ ਗੰਨਾ ਹੁੰਦਾ ਨਾ, ਗੰਨਾ ਬੜਾ ਸਖਤ ਹੁੰਦਾ ਹੈ, ਪਰ ਉਸ ਅੰਦਰ ਰਸ ਜਿਹੜਾ ਉਹ ਬੜਾ ਮਿੱਠਾ ਹੁੰਦਾ ਹੈ। ਹੁਣ ਮਿੱਠੇ ਰਸ ਨੂੰ ਲੈਣ ਵਾਸਤੇ ਕਰੜਾ ਗੰਨਾ ਮਨੁੱਖ ਚੂਸਦਾ ਹੈ। ਕਈ ਵਾਰੀ ਬੁੱਟਾਂ ਦੇ ਵਿੱਚ ਬਲੱਡ ਆ ਜਾਂਦਾ, ਦੰਦ ਦੁਖਣ ਲੱਗ ਪੈਂਦੇ, ਪਰ ਫਿਰ ਵੀ ਉਹ ਰਸ ਜਿਹੜਾ ਮਿੱਠਾ ਉਹ ਲੈਣ ਲਈ ਮਨੁੱਖ ਕਰੜਾ ਗੰਨਾ ਚੂਸਦਾ ਹੈ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਕਬੀਰ रस को गांडो चूसिए गुण को मरिए रोए। अवगुण आरे मानस भलो ना कहें कोए। गांडो का भाव शुगर केन गन्ना। रस वास्ते जिमें गन्ना चूसी दा है ना, गुण को मरिए रोए। गुणा वास्ते भी कठिनाई का सामना कर लईए। क्यों? अवगुण यारे मानसे भलो ना कहें कोई। औगण वाले नूं कोई भी भला नहीं कहंदा, कोई चंगा नहीं कहंदा। इस करके घर दे विच ये पंक्ति लिख के ला लईओ। मन मत दे ते असी बड़े कैलेंडर लाउंदे हां गुरुआं दीयां तस्वीरां। वो गुरुआं दीयां तस्वीरां नहीं हन। गुरु की तस्वीर लाउणी ते फ्रेम करके लिख के ला लईओ। सांझ करीजै गुणा केरी, छोड़ अब गुण चलिए। जिथों भी रब्बी गुण मिलते होण उत्थे सांझ बना के सिख लईए। छोड़ अब गुण चलिए, औगणा नूं छड्ड दईए। इस पंक्ति की व्याख्या भाई गुरदास जी ने यूनीक की है। उदाहरणा तो ज़्यादा दित्तियां, पर मैं समा भी देखांगा, शायद एक दो उदाहरणा दे सकां। भाई गुरदास जी ने इस पंक्ति नूं खोलिया है। शायद जदों गोहज ते रहस बाणी नूं भाई गुरदास जी दे कवित वारां दी रचना खोलदी है ते
ਅਸੀਂ ਕੁੰਜੀ ਕਰਕੇ ਯਾਦ ਕਰਦੇ ਹਾਂ। ਗੁਰੂ ਨੇ ਖਿਤਾਬ ਨਹੀਂ ਦਿੱਤਾ ਕੁੰਜੀ ਦਾ, ਅਸੀਂ ਕਹਿੰਦੇ ਕੁੰਜੀ, ਕਿਉਂਕਿ ਕੁੰਜੀ ਖੋਲਦੀ ਹੈ ਤਾਲੇ ਨੂੰ। ਆਪਨੇ ਕਦੀ ਖਿਆਲ ਕਰਨਾ, ਕੁੰਜੀ ਛੋਟੀ ਹੁੰਦੀ ਹੈ, ਛੋਟੀ ਕੁੰਜੀ ਵੱਡੇ ਜੰਦਰੇ ਨੂੰ ਲੱਗ ਜਾਵੇ ਤੇ ਜੰਦਰਾ ਖੁੱਲ ਜਾਂਦਾ ਹੈ। ਵੱਡਾ ਜੰਦਰਾ ਖੁੱਲ ਜਾਵੇ ਤੇ ਉਸ ਤੋਂ ਵੱਡਾ ਕੁੰਡਾ ਖੁੱਲ ਜਾਂਦਾ ਹੈ। ਵੱਡਾ ਕੁੰਡਾ ਖੁੱਲ ਜਾਵੇ ਤੇ ਉਸ ਤੋਂ ਵੱਡਾ ਦਰਵਾਜ਼ਾ ਖੁੱਲ ਜਾਂਦਾ ਹੈ। ਵੱਡਾ ਦਰਵਾਜ਼ਾ ਖੁੱਲ ਜਾਵੇ ਤੇ ਅੰਦਰ ਪਿਆ ਖਜ਼ਾਨਾ ਮਿਲ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਕੁੰਜੀ ਹੱਥ ਆ ਜਾਵੇ ਨਾ, ਫਿਰ ਗੁਰਬਾਣੀ ਦੇ ਗੋਹਜ ਸਾਡੇ ਖਜ਼ਾਨਾ ਜਿਹੜਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਉਹ ਚਾਬੀ ਨਾਲ ਕੁੰਜੀ ਦੇ ਨਾਲ ਖੁੱਲਦਾ ਹੈ। ਹੁਣ ਭਾਈ ਗੁਰਦਾਸ ਜੀ ਨੇ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ ਉਦਾਹਰਨਾਂ ਦਿੱਤੀਆਂ। ਮੈਂ ਇੱਕ ਉਦਾਹਰਨ ਹੀ ਕੋਡ ਕਰ ਸਕੂੰਗਾ ਤਾਂ ਕਿ ਸਮੇਂ ਦੀ ਉਲੰਘਣਾ ਨਾ ਹੋਵੇ। ਭਾਈ ਸਾਹਿਬ ਕਹਿੰਦੇ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਇਸ ਨੂੰ ਖੋਲ ਦੇ। ਫਰਮਾਨ ਕਰਦੇ ਨੇ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਮੋਰ ਦੀ, ਪਿਕੌਕ ਦੀ ਐਗਜ਼ੈਂਪਲ ਲਈ, ਉਦਾਹਰਣ ਲਈ ਹੈ। ਮੋਰ ਨੂੰ ਨੈਸ਼ਨਲ ਬਰਡ ਵੀ ਸਰਕਾਰ ਨੇ ਕਿਹਾ ਹੈ। ਮੋਰ ਨੂੰ ਕੋਈ ਮਾਰੇ ਉਸ ਤੇ ਜੁਰਮਾਨਾ ਤੇ ਕੈਦ ਰੱਖੀ ਹੈ। ਮੋਰ ਸੁੰਦਰ ਬੜਾ ਹੈ। ਉਦਾਹਰਣ ਦਿੱਤੀ ਹੈ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ। ਮੋਰ ਦੇ ਨੈਣ ਨੇਤਰ ਬੜੇ ਖੂਬ ਹਨ। ਬੈਨ ਉਸ ਦੀ ਬੋਲੀ ਬੜੀ ਪਿਆਰੀ, ਕੂਕ ਬੜੀ ਮਿੱਠੀ ਹੈ। ਪੰਖ ਉਸ ਦੇ ਪੰਖ ਬੜੇ ਚਿੱਤਰਕਾਰੀ ਵਾਲੇ ਹਨ। ਬਲਕਿ ਸਰਬੰਗ ਸਾਰੇ ਅੰਗ ਹੀ ਉਸ ਦੀ ਚੁੰਝ, ਉਸ ਦੀ ਗਰਦਨ, ਸਭ ਕੁਝ ਸੁੰਦਰ ਹੈ, ਸਭ ਕੁਝ। ਭਾਈ ਗੁਰਦਾਸ ਜੀ, ਤੁਸੀਂ ਮੋਰ ਦੇ ਅੰਗਾਂ ਦੀ ਸੁੰਦਰਤਾ ਕਿਉਂ ਬਿਆਨ ਕਰਦੇ ਹੋ? ਭਾਈ ਗੁਰਦਾਸ ਜੀ ਕਹਿੰਦੇ ਨੇ ਅਸੀਂ ਇਹ ਤੋਂ ਕੁਝ ਸਿੱਖਣਾ ਹੈ। ਕੀ ਸਿੱਖਣਾ? ਜੈਸੇ ਨੈਣ ਨੇਤਰ, ਮੋਰ ਦੇ ਜਿਸ ਤਰ੍ਹਾਂ ਨੇਤਰ ਬੜੇ ਸੁੰਦਰ ਹਨ ਨਾ, ਇਹ ਤੋਂ ਸਿੱਖਣਾ ਹੈ ਇਨਸਾਨ ਦੀ ਦੇਖਣੀ ਬੜੀ ਨਿਰਮਲ ਹੋਣੀ ਚਾਹੀਦੀ, ਬੜੀ ਪਵਿੱਤਰ ਹੋਣੀ ਚਾਹੀਦੀ ਹੈ, ਸੁੰਦਰ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਦੀ? ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਇਹ ਮੋਰ ਦੇ ਨੇਤਰਾਂ ਤੋਂ ਅਸੀਂ ਕੁਝ ਸਿੱਖਣਾ ਹੈ। ਸਾਡੇ ਨੇਤਰਾਂ ਦੀ ਦੇਖਣੀ ਬੜੀ ਸੁੰਦਰ ਹੋਵੇ, ਨਿਰਮਲ ਹੋਵੇ, ਪਵਿੱਤਰ ਹੋਵੇ। ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਣੇ। ਆਪਣੀ ਇਸਤਰੀ ਸ਼ੋਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋ। जैसे नैन बैन। दूसरी बात, मोर दे बैन बचन बोली कूक वो बड़ी मिठी है, बड़ी प्यारी है। सिख ने भी अपनी बोली निम्रता वाली ते प्यार वाली मिठी बोली बोलनी है, मिठी बोली बोलनी है। भाई गुरदास जी कहते ने मिठा बोलन निव चलन हथों देना सहज सुहेला। सिख ने मिठा बोलना है, जिस तरह मोर मिठा बोलदा, फिक्का नहीं बोलना। एक फिक्का ना गलाए, सबना मैं सच्चा धनी, हियाओ न कहीं ढाह, मानक सब अमोल। फिक्का बोलना ही नहीं, कौड़ा बोलना ही नहीं, खरबा बोलना। तुसीं कदी ख्याल कीता इक्को जिहा दो पंछी हैं, इक्को जिहा
रंग रूप शक्ल सूरत इक्को जही। ਕਾਂ ਅਤੇ ਕੋਇਲ। ਕਾਂ ਨੂੰ ਸੁਣਨਾ ਕੋਈ ਪਸੰਦ ਨਹੀਂ ਕਰਦਾ। ਰਾਤ ਦੇ ਅੰਧੇਰੇ ਵਿੱਚ ਕਾਂ ਬੋਲ ਪਵੇ, ਸਿਆਣੇ ਕਹਿੰਦੇ ਕਾਲ ਦੀ ਨਿਸ਼ਾਨੀ ਹੈ। ਕੋਈ ਜ਼ਿਆਦਾ ਬੋਲੇ ਤੇ ਕਹਿ ਦੇਈਦਾ ਕਿ ਤੂੰ ਕਾਂ ਕਾਂ ਕਰਕੇ ਸਿਰ ਖਾ ਰਿਹਾ। ਕਾਂ ਨੂੰ ਸੁਣਨਾ ਕੋਈ ਪਸੰਦ ਨਹੀਂ ਕਰਦਾ, ਖਰਮਾ ਬੋਲਦਾ ਹੈ। ਕੋਇਲ ਨੂੰ ਸੁਣਨਾ ਸਾਰੇ ਪਸੰਦ ਕਰਦੇ ਨੇ, ਕਿਉਂਕਿ ਕੋਇਲ ਮਿੱਠਾ ਬੋਲਦੀ ਹੈ। ਕੋਈ ਬਹੁਤ ਸੋਹਣਾ ਗਾਵੇ, ਸੁੰਦਰ ਮਿੱਠੀ ਆਵਾਜ਼ ਵਿੱਚ ਗਾਵੇ ਤੇ ਕਹਿੰਦੇ ਕੋਇਲ ਵਾਂਗ ਗਾਉਂਦੀ ਹੈ। ਸੁਰਿੰਦਰ ਕੌਰ ਨੂੰ ਕੋਇਲ ਕਰਕੇ ਕਹਿੰਦੇ ਨੇ ਨਾ, ਮਿੱਠਾ ਗਾਉਂਦੀ ਹੈ। ਕਵੀ ਦੇ ਬਚਨ ਨੇ, ਕਾਗਾ ਕਾਕੋ ਲੇਤ ਹੈ, कोयल काको देत, मीठी बोली बोल के सबको मन हिर लेत। मिठी बोली बोलती है कोयल, सबको मन जित लेंदी है। कोयल मन जित, क्योंकि मिठा बोलती है। काम मिठा नहीं बोलता, खरमा बोलता है। इस करके कोई सुनना नहीं पसंद कर। असी मोर दी बैन कूक तो ये सीखना, असी मिठ बोलड़े बनना, क्योंकि साडा स्वामी मिठ बोलड़ा है। जैसे नैन बैन पंख, मोर दे पंख बड़े सुंदर ने। की सिक्ख्या लैनी? साडे जीवन दे कर्म जेड़े हन वो बड़े चंगे होने चाहिए हन। ऐसा कम मूले ना कीचे जित, अंत पछुताई है। सोए कम कमाए जित मुख उजला। मुख साडा उजला हो, मिठा बोली। मैनू एक घटना याद, क्योंकि कविता पूरे तो ये अर्थ होने नहीं, समा चाहिए। मैनू एक घटना याद आई, वो कह के मैं समाप्ति करा। एक काफला सी ते उस दे विच यहूदी सौदागर सी। उसकी इकलौती बेटी सी, उसने नाल बड़ा प्यार करदा सी सौदागर। यहूदी बेटी नाल जो भी वो कहंदी सी उसनूं वो पूरा करदा सी। जिद्दी सुभाअ दी बन गई सी वो बेटी। पता बाप नूं की क्या करे? कहंदी मैं यहूदी मत छड्ड देना है ते इस्लाम मत नूं मैं ग्रहण कर लेना है। बाप बड़ा चिंतातुर सी। बेटी इकलौती सी, प्यारी सी, कुछ कह भी नहीं सकदा सी। चलदियां चलदियां उस काफले दे विच एक मौलाना आ गया। हुण उस मौलाने की सेवा संभाल लई उस यहूदी बेटी ने अपनी जिम्मेवारी ले ली। उसका बिस्तरा बिछाए, उसके कपड़े प्रेस करे, उसनूं भोजन छकाए, सारा दिन सेवा करती सी। वो मौलाना बड़ा कुरखत सी, दूसरे दे धर्मां नूं कोसदा ही रहिंदा सी। हर एक काफर हन, हे खुदा इन्हां नूं तूं इस दुनिया तो चुक। हर वेले जैनियां नूं, बोधियां नूं, ईसाइयां नूं काफर सददा सी। हर वेले कुरखत बोलदा सी, गलत बोलदा सी। हफ्ता बीत गया। वो यहूदी बेटी कहन लगी अपने आप नूं, जे इस्लाम मत दा प्रचारक मुल्ला इन्ना कुरखत है ते बाकियां दा की हाल होवेगा। वो अपने बाप नूं कहन लगी, मैं इस्लाम मत ग्रहण नहीं करांगी, मैं यहूदी मत विच ही रहांगी। बाप ने सुख दा साह लिया। हफ्ते बाद मौलाना तुरन लगा।
ਤੇ ਉਸ ਬਾਪ ਨੇ ਉਸ ਮੁਲਾਣੇ ਨੂੰ ਪੈਸਿਆਂ ਦੀ ਥੈਲੀ ਭੇਟ ਕੀਤੀ ਤੇ ਆਖਿਆ, ਤੇਰਾ ਲੱਖ ਲੱਖ ਸ਼ੁਕਰਾਨਾ, ਤੂੰ ਸਾਡੇ ਕਾਫਲੇ ਵਿੱਚ ਇੱਕ ਹਫ਼ਤਾ ਰਿਹਾ। ਥੈਲੀ ਭੇਟ ਕੀਤੀ ਪੈਸੇ ਦੀ। ਉਹ ਮੁਲਾਣਾ ਕਹਿਣ ਲੱਗਾ, ਤੁਸੀਂ ਇਸਲਾਮ ਮਤ ਦੇ ਵਿੱਚ, ਤੁਸੀਂ ਯਹੂਦੀ ਮਤ ਦੇ ਵਿੱਚ, ਮੈਂ ਇਸਲਾਮ ਮਤ ਦੇ ਵਿੱਚ, ਇਹ ਮਿਹਰਬਾਨੀ ਕਿਉਂ? ਇਹ ਮਿਹਰਬਾਨੀ ਕਿਉਂ? ਯਹੂਦੀ ਬਾਪ ਕਹਿਣ ਲੱਗਾ, ਤੇਰੀ ਵਜ੍ਹਾ ਦੇ ਨਾਲ ਮੇਰੀ ਬੇਟੀ ਇਸਲਾਮ ਮਤ ਦੇ ਵਿੱਚ ਜਾਣੋ ਅੱਜ ਰੁਕ ਗਈ ਹੈ। ਜੇ ਤੇਰੇ ਜੈਸੇ ਮੁਲਾਣੇ ਕੁਰਖਤ ਹੋਣ ਤਾਂ ਇਸਲਾਮ ਮਤ ਸੰਸਾਰ ਦੇ ਵਿੱਚੋਂ ਖਤਮ ਹੁੰਦਿਆਂ ਦੇਰ ਨਹੀਂ ਲੱਗੇਗੀ, ਖਤਮ ਹੋ ਜਾਵੇਗਾ। ਸੱਚ ਜਾਣਿਓ, ਜੋ ਸਟੂਡੈਂਟ ਇੱਥੇ ਵਿਦਿਆਰਥੀ ਪੜ੍ਹਦੇ ਹਨ, ਕਦੀ ਕੁਰਖਤ ਨਾ ਬੋਲਣਾ, ਕੌੜਾ ਨਾ ਬੋਲਣਾ, ਨਹੀਂ ਤਾਂ ਕੌਣ ਧਰਮ ਵੱਲ ਆਵੇਗਾ, ਸਭ ਪਿੱਛੇ ਹਟ ਜਾਣਗੇ। ਮਿੱਠਾ ਬੋਲਣ, ਇਹ ਜੀਵਨ ਦੇ ਅੰਦਰ ਅਸੀਂ ਗੁਣ ਰੱਖਣਾ ਹੈ। ਸਮਾਪਤੀ ਕਰਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਏ। ਕੀ ਹੋਇਆ ਜੇ ਪੈਰ ਬੱਦ ਹਨ, ਦੇਖੋ ਹੀ ਨਾ ਪੈਰਾਂ ਵੱਲ, ਛੋੜ ਅਵਗੁਣ ਚੱਲੀਏ। ਪੈਰਾਂ ਵੱਲ ਦੇਖੋ ਹੀ ਨਾ, ਜਿਹੜੇ ਸੁੰਦਰ ਅੰਗ, ਉਹਨਾਂ ਤੋਂ ਸਿੱਖਿਆ ਲੈ ਲਈਏ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੇ, ਬੰਦਨਾ ਸਗਲ ਭੂਤ ਨਿੰਦਾ ਨਾ ਤਕਾਰੀਏ। ਜਿੱਥੋਂ ਵੀ ਰੱਬੀ ਗੁਣ ਮਿਲਦੇ ਹੋਣ, ਉਹ ਗੁਣ ਸਿੱਖਣੇ ਚਾਹੀਦੇ। ਨਿੰਦਾ ਵਾਲੀ ਆਦਤ ਛੱਡ ਦਈਏ। ਨਿੰਦਾ ਭਲੀ ਕਿਸੇ ਕੀ ਨਾਹੀਂ, ਨਿੰਦਾ ਛੱਡ ਦਈਏ। ਸਾਂਝ ਕਰੀਏ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਜੇ ਸਫਲ ਤੇ ਸੁਹੇਲਾ ਜੀਵਨ ਜਿਉਣਾ ਹੈ ਤੇ ਜ਼ਿੰਦਗੀ ਦੇ ਵਿੱਚੋਂ ਔਗਣਾਂ ਨੂੰ ਛੱਡਦੇ ਜਾਈਏ, ਗੁਣਾਂ ਨੂੰ ਅਸੀਂ ਅਪਣਾਉਂਦੇ ਜਾਈਏ। ਇਹ ਸੁਚੱਜਾ ਤੇ ਸਫਲ ਜੀਵਨ ਜਿਉਣ ਦਾ ਢੰਗ ਗੁਰਬਾਣੀ ਨੇ ਦੱਸਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਗੁਰਬਾਣੀ ਦੇ ਬਚਨ ਸਾਡੇ ਜੀਵਨ ਦਾ ਆਧਾਰ ਬਣਨ, ਤਾਂ ਕਿ ਸਾਡਾ ਸਾਰਿਆਂ ਦਾ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ, ਇਸ ਦੀਆਂ ਦਾਤਾਂ ਬਰਕਤਾਂ ਮਿਲਣ। ਕਥਾ ਕਰਦਿਆਂ ਨਿਮਾਣੇ ਦਾਸਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ। ਦਾਸਰਾ ਇਸੇ ਕਾਲਜ ਦੇ ਵਿੱਚ 1991 ਦੇ ਵਿੱਚ ਪੜ੍ਹ ਕੇ ਗਿਆ ਹੈ। ਇਸ ਕਰਕੇ ਸਾਰੇ ਵਿਦਵਾਨ ਸੱਜਣ ਬੈਠੇ ਨੇ, ਥੋੜਾ ਬੋਲਣਾ ਔਖਾ ਹੋ ਜਾਂਦਾ ਹੈ, ਖਿਮਾ ਕਰ ਦੇਣੀ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।